ਗੁਰਬਾਣੀ ਕੀਰਤਨ ਸਿੱਖ ਰਹੇ ਪਿਆਰੇ ਵਿਦਿਆਰਥੀਓ, ਦਾਸ ਪਰਮਜੀਤ ਸਿੰਘ ਡੁਮੇਲੀ ਵਾਲਾ ਅੱਜ ਗੁਰਬਾਣੀ ਕੀਰਤਨ ਸਿੱਖਿਆ ਦਾ 31ਵਾਂ ਐਪੀਸੋਡ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਸਾਰੇ ਵਿਦਿਆਰਥੀ ਸਭ ਤੋਂ ਪਹਿਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਪਿਛਲੇ ਐਪੀਸੋਡ ਵਿੱਚ ਅਸੀਂ ਆਪ ਜੀ ਨੂੰ ਰਾਗ ਬਿਲਾਵਲ ਦੀ ਇੱਕ ਬੰਦਿਸ਼ ਕਰਾਈ ਸੀ। ਦੋਵੇਂ ਥਾਮ ਰੱਖੇ ਗੁਰ ਸੂਰੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਹ ਬੰਦਿਸ਼, ਉਹ ਸ਼ਬਦ ਹਾਰਮੋਨੀਅਮ ਦੇ ਉੱਤੇ ਜ਼ਰੂਰ ਸੁਰ ਲਿਪੀ ਦੇ ਅਨੁਸਾਰ ਕੱਢ ਲਿਆ ਹੋਵੇਗਾ। ਲੇਕਿਨ ਬੰਦਿਸ਼ ਦੇ ਵਿੱਚ ਕਈ ਨੁਕਤੇ ਹੁੰਦੇ ਹਨ, ਉਹ ਸਮਝਣੇ ਅਤਿਅੰਤ ਜ਼ਰੂਰੀ ਹਨ। ਤੁਸੀਂ ਉਹ ਬੰਦਿਸ਼ ਕੱਢ ਲਈ ਹੋਵੇਗੀ, ਗਾ ਵੀ ਲੈਂਦੇ ਹੋਵੋਗੇ, ਲੇਕਿਨ ਜੋ ਉਹਦੇ ਵਿੱਚ ਬਾਰੀਕ ਨੁਕਤੇ ਹਨ ਉਹਨਾਂ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਨਹੀਂ ਹੋਵੇਗੀ। ਇਸ ਲਈ ਅੱਜ ਅਸੀਂ ਉਹਨਾਂ ਨੁਕਤਿਆਂ ਤੋਂ ਆਪ ਜੀ ਨੂੰ ਜ਼ਰੂਰ ਸੁਚੇਤ ਕਰਵਾਵਾਂਗੇ, ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲਾ ਨੁਕਤਾ ਹੈ ਸਮ ਜਾਂ ਗੁਰ। ਸਮ ਕਹਿ ਲਓ ਜਾਂ ਗੁਰ ਕਹਿ ਲਓ, ਇਸ ਬਾਰੇ ਅਸੀਂ ਸਮਝਾਂਗੇ। ਪਰ ਸਮਝਣ ਤੋਂ ਪਹਿਲੇ ਤੁਸੀਂ ਸਕਰੀਨ ਵੱਲ ਧਿਆਨ ਦਿਓ। ਜੋ ਲਿਖ ਕੇ ਅਸੀਂ ਸਕਰੀਨ ਦੇ ਉੱਪਰ ਤੁਹਾਨੂੰ ਦੱਸ ਰਹੇ ਹਾਂ, ਜਾਂ ਤੇ ਸਕਰੀਨਸ਼ਾਟ ਲੈ ਕੇ ਉਹਨੂੰ ਸੇਵ ਕਰ ਲਓ ਜਾਂ ਆਪਣੀ ਨੋਟਬੁੱਕ ਦੇ ਉੱਪਰ ਲਿਖ ਲਓ, ਔਰ ਉਸ ਤੋਂ ਬਾਅਦ ਅਸੀਂ ਉਸ ਦੇ ਬਾਰੇ ਆਪ ਜੀ ਨੂੰ ਖੁੱਲ੍ਹ ਕੇ ਵਿਚਾਰ ਦੇਵਾਂਗੇ। ਪਿਆਰੇ ਵਿਦਿਆਰਥੀਓ, ਤੁਸੀਂ ਸਮ ਅਤੇ ਗੁਰ ਇਹ ਪੜ੍ਹ ਲਿਆ ਹੋਵੇਗਾ। ਤੁਸੀਂ ਇਹ ਵੀ ਸਮਝ ਲਿਆ ਹੋਵੇਗਾ ਕਿ ਤਾਲ ਦੀ ਪਹਿਲੀ ਮਾਤਰਾ ਹੀ ਸਮ ਦੀ ਮਾਤਰਾ, ਜਾਂ ਇਹ ਪਹਿਲੀ ਮਾਤਰਾ ਹੀ ਗੁਰ ਦੀ ਮਾਤਰਾ ਹੁੰਦੀ ਹੈ। ਵੈਸੇ ਆਮ ਤੌਰ ਤੇ ਕੋਈ ਇਹ ਨਹੀਂ ਕਹਿੰਦਾ ਕਿ ਇਸ ਤਾਲ ਦਾ ਸਮ ਕਿੱਥੇ ਹੈ, ਇਸ ਤਾਲ ਦਾ ਗੁਰ ਕਿੱਥੇ ਹੈ। ਅਸਲ ਦੇ ਵਿੱਚ ਇਹ ਸਵਾਲ ਤਬਲੇ ਵਾਲਾ ਗਾਉਣ ਵਾਲੇ ਉੱਤੇ ਕਰਦਾ ਹੁੰਦਾ ਹੈ। ਜਦੋਂ ਕਿਸੇ ਗਾਉਣ ਵਾਲੇ ਨੇ ਕੋਈ ਸ਼ਬਦ ਗਾਉਣਾ ਹੈ ਜਾਂ ਕੋਈ ਬੰਦਿਸ਼ ਗਾਉਣੀ ਹੈ ਤਾਂ ਕਈ ਵਾਰ ਤਬਲੇ ਵਾਲਾ ਉਸ ਨੂੰ ਪੁੱਛਦਾ ਹੈ ਕਿ ਇਸ ਬੰਦਿਸ਼ ਦਾ ਸਮ ਕਿੱਥੇ ਹੈ, ਗੁਰ ਕਿੱਥੇ ਹੈ। ਲੇਕਿਨ ਗਾਉਣ ਵਾਲਾ ਨਹੀਂ ਪੁੱਛਦਾ ਤਬਲੇ ਵਾਲੇ ਨੂੰ ਕਿ ਇਸ ਤਾਲ ਦਾ ਸਮ ਕਿੱਥੇ ਹੈ ਅਤੇ ਗੁਰ ਕਿੱਥੇ ਹੈ। ਲੇਕਿਨ ਅਸੀਂ ਤੁਹਾਨੂੰ ਸਮਝਾਉਣ ਵਾਸਤੇ ਦੱਸਿਆ ਹੈ ਕਿ ਜੋ ਤਾਲ ਹੁੰਦਾ ਹੈ ਉਸ ਦਾ ਸਮ ਜਾਂ ਗੁਰ ਉਹ ਪਹਿਲੀ ਮਾਤਰਾ ਉੱਤੇ ਹੀ ਹੁੰਦਾ ਹੈ। ਹੁਣ ਅਸੀਂ ਸਮਝਣਾ ਇਹ ਹੈ ਕਿ ਜਿਹੜੀ ਬੰਦਿਸ਼ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਸ਼ਬਦ ਗਾਉਂਦੇ ਹੋ ਦੋਵੇਂ ਥਾਮ ਰੱਖੇ ਗੁਰ ਸੂਰੇ। ਹੁਣ ਤੁਹਾਨੂੰ ਕੋਈ ਪੁੱਛੇ ਕਿ ਇਸ ਬੰਦਿਸ਼ ਦਾ ਜਾਂ ਇਸ ਸ਼ਬਦ ਦਾ ਗੁਰ ਕਿੱਥੇ ਹੈ, ਸਮ ਕਿੱਥੇ ਹੈ। ਤੁਹਾਡੇ ਨਾਲ ਕੋਈ ਤਬਲਾ ਵਜਾਉਣ ਲੱਗਾ ਹੈ, ਉਹ ਤਬਲਾ ਵਾਦਕ ਤੁਹਾਨੂੰ ਪੁੱਛੇ ਕਿ ਤਾਲ ਕਿਹੜਾ ਹੈ, ਤੁਸੀਂ ਤੇ ਕਹਿ ਦਿਓ ਕਿ 3 ਤਾਲ ਹੈ। ਫਿਰ ਉਹ ਤੁਹਾਨੂੰ ਪੁੱਛੇ ਕਿ ਇਹਦਾ ਸਮ ਕਿੱਥੇ ਹੈ, ਤੁਹਾਨੂੰ ਪਤਾ ਹੀ ਨਾ ਹੋਵੇ। ਹੁਣ ਅਸੀਂ ਇਹ ਦੇਖਣਾ ਕਿ ਬੰਦਿਸ਼ ਜਿਹੜੀ ਹੁੰਦੀ ਹੈ ਉਹਦੇ ਵਿੱਚ ਸਮ ਜਾਂ ਗੁਰ ਕਿਹੜੀ ਮਾਤਰਾ ਤੇ ਹੁੰਦਾ ਹੈ, ਜਾਂ ਕਿਹੜੇ ਅੱਖਰ ਤੇ ਹੁੰਦਾ ਹੈ, ਜਾਂ ਕਿੱਥੇ ਹੁੰਦਾ ਹੈ। ਆਓ ਸਕਰੀਨ ਵੱਲ ਧਿਆਨ ਦਿਓ ਅਤੇ ਜੋ ਸਕਰੀਨ ਦੇ ਉੱਪਰ ਲਿਖ ਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹ ਸਕਰੀਨਸ਼ਾਟ ਲੈ ਕੇ ਸੇਵ ਕਰੋ, ਪੜ੍ਹੋ ਅਤੇ ਲਿਖ ਲਓ। ਉਸ ਤੋਂ ਬਾਅਦ ਅਸੀਂ ਆਪ ਜੀ ਨੂੰ ਦੱਸਣਾ ਕਰਾਂਗੇ। ਤੁਸੀਂ ਪੜ੍ਹ ਲਿਆ ਹੋਵੇਗਾ ਕਿ ਜੋ ਬੰਦਿਸ਼ ਹੁੰਦੀ ਹੈ, ਜੋ ਸ਼ਬਦ ਹੁੰਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਉਸ ਬੰਦਿਸ਼ ਦੀ ਪਹਿਲੀ ਮਾਤਰਾ ਤੇ ਜਾਂ ਸ਼ਬਦ ਦੇ ਪਹਿਲੇ ਅੱਖਰ ਉੱਤੇ ਹੀ ਸਮ ਹੋਵੇ, ਯਾਨੀ ਕਿ ਤਾਲ ਉੱਥੋਂ ਹੀ ਆਰੰਭ ਹੁੰਦਾ ਹੋਵੇ। ਬੰਦਿਸ਼ ਵਿੱਚ ਜਾਂ ਸ਼ਬਦ ਗਾਇਨ ਕਰਦਿਆਂ ਉਸ ਅੱਖਰ ਉੱਤੇ ਸਮ ਹੁੰਦਾ ਹੈ ਜਿਹੜਾ ਅੱਖਰ
ਤਬਲੇ ਦੀ ਤਾਲ ਦੀ ਮਾਤਰਾ ਦੇ ਪਹਿਲੀ ਮਾਤਰਾ ਦੇ ਹੇਠਾਂ ਲਿਖਿਆ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਅਸੀਂ ਤੁਹਾਨੂੰ ਸ਼ਬਦ ਕਰਾਇਆ ਹੈ, ਦੋਵੇਂ ਥਾਵ ਰੱਖੇ ਗੁਰ ਸੂਰੇ। ਹੁਣ ਤੁਹਾਨੂੰ ਕੋਈ ਪੁੱਛੇ ਕਿ ਇਸ ਸ਼ਬਦ ਦਾ ਸਮ ਕਿੱਥੇ ਹੈ, ਗੁਰ ਕਿੱਥੇ ਹੈ, ਤਾਂ ਤੁਸੀਂ ਦੇਖਣਾ ਹੈ ਕਿ ਪਹਿਲੀ ਮਾਤਰਾ ਦੇ ਹੇਠਾਂ ਕਿਹੜਾ ਸੁਰ ਜਾਂ ਸ਼ਬਦ ਦਾ ਅੱਖਰ ਆ ਰਿਹਾ ਹੈ। ਹੁਣ ਤੁਸੀਂ ਦੇਖੋਗੇ ਕਿ ਪਹਿਲੀ ਮਾਤਰਾ ਦੇ ਹੇਠਾਂ ਪਾ ਅਤੇ ਪਾ ਦੇ ਹੇਠਾਂ ਖੇ ਜਾਣੀ ਕਿ ਰੱਖੇ ਦਾ ਖੇ ਆ ਰਿਹਾ ਹੈ। ਦੋਵੇਂ ਥਾਵ ਰੱਖੇ, ਇੱਥੇ ਸਮ ਹੈ। ਤੁਸੀਂ ਉਸ ਨੂੰ ਕਹਿਣਾ ਹੈ ਕਿ ਇਸ ਦਾ ਸਮ ਖੇ ਤੇ ਹੈ, ਰੱਖੇ ਤੇ ਜਾਣੀ ਕਿ ਰਾਰੇ ਤੇ ਨਹੀਂ, ਖੇ ਤੇ, ਇਸ ਤਰ੍ਹਾਂ ਦੱਸਣਾ ਹੈ। ਲੇਕਿਨ ਇਹ ਨਹੀਂ ਕਿ ਪਹਿਲੀ ਤੁਕ ਵਿੱਚ ਹੀ ਸਮ ਹੁੰਦਾ ਹੈ, ਸ਼ਬਦ ਦੀ ਹਰੇਕ ਤੁਕ ਵਿੱਚ ਹੀ ਸਮ ਹੁੰਦਾ ਹੈ। ਬਸ ਤੁਸੀਂ ਕਿਸੇ ਵੀ ਤੁਕ ਦਾ ਸਮ ਜਾਣਨ ਵਾਸਤੇ ਹਮੇਸ਼ਾ ਇਹ ਦੇਖਣਾ ਕਿ ਤੁਕ ਦਾ ਕਿਹੜਾ ਅੱਖਰ ਪਹਿਲੀ ਮਾਤਰਾ ਦੇ ਹੇਠਾਂ ਲਿਖਿਆ ਹੋਇਆ ਹੈ, ਉਹ ਸਮ ਦਾ ਅੱਖਰ ਹੋਵੇਗਾ। ਅਗਰ ਤੁਹਾਡੇ ਕੋਲ ਕਿਸੇ ਸ਼ਬਦ ਦੀ ਸੁਰ ਲਿਪੀ ਨਹੀਂ ਹੈ, ਤੁਸੀਂ ਸ਼ਬਦ ਕੱਢ ਲਿਆ ਹੈ, ਕਿਸੇ ਕੋਲੋਂ ਕੱਢ ਲਿਆ ਹੈ, ਹੱਥਾਂ ਦੇ ਨਾਲ ਕੱਢ ਲਿਆ, ਲੇਕਿਨ ਲਿਖਿਆ ਨਹੀਂ, ਸੁਰ ਲਿਪੀ ਲਿਖੀ ਨਹੀਂ, ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਸ ਦਾ ਸਮ ਕਿੱਥੇ ਹੈ। ਹੁਣ ਤੁਸੀਂ ਦੇਖਣਾ ਹੈ ਕਿ ਕਿਸ ਅੱਖਰ ਉੱਤੇ ਜ਼ੋਰ ਪੈ ਰਿਹਾ ਹੈ। ਜਿਵੇਂ ਅਸੀਂ ਗਾਵਾਂਗੇ ਦੋ ਵੈ ਥਾਵ ਰੱਖੇ, ਹੁਣ ਦੇਖੋ ਖੇ ਤੇ ਜ਼ੋਰ ਪੈ ਰਿਹਾ ਹੈ, ਸਮ ਪੈ ਰਿਹਾ ਹੈ, ਇਸ ਵਾਸਤੇ ਉਹ ਹੋ ਗਿਆ ਸਮ ਦਾ ਅੱਖਰ। ਅਗਰ ਫਿਰ ਵੀ ਨਹੀਂ ਪਤਾ ਲੱਗਦਾ, ਅਨੁਭਵ ਨਹੀਂ ਹੋ ਰਿਹਾ ਕਿ ਕਿਹੜੇ ਅੱਖਰ ਉੱਤੇ ਜ਼ੋਰ ਪੈਂਦਾ, ਤਾਂ ਅਸੀਂ ਕਿਸੇ ਤਬਲਾ ਵਾਦਕ ਨੂੰ ਸੁਣਾਵਾਂਗੇ। ਕੋਈ ਤਬਲਾ ਵਾਦਕ ਹੋਵੇਗਾ, ਉਸ ਨੂੰ ਅਸੀਂ ਕਹਾਂਗੇ ਕਿ ਸਾਨੂੰ ਇਸ ਬੰਦਿਸ਼ ਦਾ ਜਾਂ ਇਸ ਸ਼ਬਦ ਦਾ ਸਮ ਦੱਸ ਕਿੱਥੇ। ਅਸੀਂ ਜਦੋਂ ਗਾਵਾਂਗੇ ਉਹਦੇ ਸਾਹਮਣੇ, ਉਹ ਝਟਪਟ ਹੀ ਸਾਨੂੰ ਦੱਸ ਦੇਵੇਗਾ ਕਿ ਇਸ ਅੱਖਰ ਦੇ ਉੱਤੇ ਸਮ ਹੈ, ਕਿਉਂਕਿ ਤਬਲਾ ਵਾਦਕ ਬਹੁਤ ਹੀ ਜਲਦੀ ਇਸ ਨੂੰ ਅਨੁਭਵ ਕਰ ਸਕਦਾ ਹੈ। ਸੋ ਅਸੀਂ ਬੰਦਿਸ਼ ਦੇ ਵਿੱਚ ਸਮ ਜਾਂ ਗੁਰ ਇਹਦੇ ਬਾਰੇ ਸਮਝ ਲਿਆ ਹੈ। ਹੁਣ ਅਸੀਂ ਇਹ ਸਮਝਣਾ ਹੈ ਕਿ ਜਿਵੇਂ ਬੰਦਿਸ਼ ਦੇ ਜਿਸ ਅੱਖਰ ਉੱਤੇ ਸਮ ਹੈ ਜਾਂ ਜਿਸ ਅੱਖਰ ਤੋਂ ਤਾਲ ਸ਼ੁਰੂ ਹੁੰਦਾ ਹੈ, ਉਸ ਤੋਂ ਜਿਹੜੇ ਪਹਿਲੇ ਅੱਖਰ ਹਨ ਉਹਨਾਂ ਨੂੰ ਅਸੀਂ ਕੀ ਕਹਾਂਗੇ। ਉਦਾਹਰਨ ਦੇ ਤੌਰ ਤੇ ਹੁਣ ਦੋਵੇਂ ਥਾਵ ਰੱਖੇ ਗੁਰ ਸੂਰੇ ਜਿਹੜਾ ਤੁਸੀਂ ਸ਼ਬਦ ਕੀਤਾ ਹੈ, ਇਹਦੇ ਖੇ ਉੱਤੇ ਸਮ ਹੈ, ਲੇਕਿਨ ਇਸ ਤੋਂ ਪਹਿਲੇ ਦੋਵੇਂ ਥਾਵ ਰ, ਇਹ 8 ਮਾਤਰੇ ਹਨ। ਇਹਨਾਂ 8 ਮਾਤਰਿਆਂ ਨੂੰ ਅਸੀਂ ਕੀ ਕਹਾਂਗੇ? ਇਹਨਾਂ 8 ਮਾਤਰਿਆਂ ਨੂੰ ਅਸੀਂ ਕਹਾਂਗੇ ਮੁਖੜਾ। ਤੁਸੀਂ ਸਕਰੀਨ ਵੱਲ ਧਿਆਨ ਦਿਓ ਕਿ ਸਮ ਤੋਂ ਪਹਿਲਾਂ ਜਿੰਨੀਆਂ ਮਾਤਰਾ ਹੁੰਦੀਆਂ ਨੇ ਜਾਂ ਜੋ ਅੱਖਰ ਹੁੰਦੇ ਹਨ, ਉਸ ਨੂੰ ਅਸੀਂ ਕਹਾਂਗੇ ਮੁਖੜਾ, ਜਾਣੀ ਕਿ ਬੰਦਿਸ਼ ਦਾ ਮੁੱਖ ਅੰਗ। ਲੇਕਿਨ ਜ਼ਰੂਰੀ ਨਹੀਂ ਕਿ ਹਰੇਕ ਤਾਲ ਦੇ ਵਿੱਚ ਮੁਖੜਾ ਹੋਵੇ। ਕਈ ਤਾਲ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮੁਖੜਾ ਬੰਦਿਸ਼ ਦਾ ਨਹੀਂ ਹੁੰਦਾ, ਭਾਵ ਉਹਨਾਂ ਬੰਦਿਸ਼ਾਂ ਦੇ ਵਿੱਚ ਪਹਿਲੇ ਸੁਰ ਤੋਂ ਜਾਂ ਸ਼ਬਦ ਦੇ ਪਹਿਲੇ ਅੱਖਰ ਤੋਂ ਹੀ ਸਮ ਹੁੰਦਾ ਹੈ। ਜਿਵੇਂ ਦਾਦਰਾ ਤਾਲ ਹੋ ਗਿਆ, ਝੱਪ ਤਾਲ ਹੋ ਗਿਆ, ਰੂਪਕ ਤਾਲ ਹੋ ਗਿਆ ਜਾਂ ਇੱਕ ਤਾਲ ਹੋ ਗਿਆ। ਬਹੁਤ ਸਾਰੇ ਐਸੇ ਤਾਲ ਹਨ ਜਿਨ੍ਹਾਂ ਤਾਲਾਂ ਦੀ ਆਰੰਭਤਾ ਸ਼ਬਦ ਦੇ ਪਹਿਲੇ ਅੱਖਰ ਤੋਂ ਹੀ ਹੋ ਜਾਂਦੀ ਹੈ। ਉਹਨਾਂ ਬੰਦਿਸ਼ਾਂ ਦੇ ਵਿੱਚ ਮੁਖੜਾ ਹੁੰਦਾ ਹੀ ਨਹੀਂ। ਪਰ ਜ਼ਿਆਦਾ ਕਰਕੇ 3 ਤਾਲ ਦੇ ਜਿਹੜੇ ਸ਼ਬਦ ਹੁੰਦੇ ਹਨ, 3 ਤਾਲ ਦੀਆਂ ਜਿਹੜੀਆਂ ਬੰਦਿਸ਼ਾਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਆਮ ਤੌਰ ਤੇ ਮੁਖੜਾ ਹੁੰਦਾ ਹੀ ਹੁੰਦਾ ਹੈ। ਚਾਹੇ 7 ਮਾਤਰਾ ਦਾ ਮੁਖੜਾ ਹੋਵੇ, ਚਾਹੇ 6 ਦਾ ਹੋਵੇ, ਚਾਹੇ 5 ਦਾ ਹੋਵੇ, ਜ਼ਰੂਰ ਹੁੰਦਾ ਹੈ। ਚਾਹੇ 2 ਦਾ ਹੀ ਕਿਉਂ ਨਾ ਹੋਵੇ। ਬਹੁਤ ਘੱਟ ਐਸੀਆਂ ਬੰਦਿਸ਼ਾਂ ਹੁੰਦੀਆਂ ਨੇ 3 ਤਾਲ ਦੀਆਂ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਮੁਖੜਾ ਨਾ ਹੋਵੇ, ਭਾਵ ਕਿ ਉਹ ਸਮ ਤੋਂ ਸਮ ਚੱਲਦੀਆਂ ਹੋਣ। ਉਹ ਸ਼ਬਦ ਜਿਨ੍ਹਾਂ ਦੇ ਪਹਿਲੇ ਅੱਖਰ ਤੋਂ ਹੀ 3 ਤਾਲ ਸ਼ੁਰੂ ਹੁੰਦਾ ਹੋਵੇ, ਬਹੁਤ ਹੀ ਘੱਟ ਐਸੀਆਂ ਬੰਦਿਸ਼ਾਂ ਹਨ। ਲੇਕਿਨ 3 ਤਾਲ ਤੋਂ ਬਿਨਾਂ ਤਕਰੀਬਨ ਬਾਕੀ ਜਿੰਨੇ ਤਾਲ ਹਨ, ਉਹਨਾਂ ਦੀਆਂ ਜੋ ਬੰਦਿਸ਼ਾਂ ਹੁੰਦੀਆਂ ਨੇ, ਉਹਨਾਂ ਦੇ ਪਹਿਲੇ ਅੱਖਰ ਤੋਂ ਹੀ ਤਾਲ ਸ਼ੁਰੂ ਹੋ ਜਾਂਦਾ ਹੈ। ਪਰ ਇਹ ਕੋਈ ਪੱਕਾ ਨਿਯਮ ਨਹੀਂ। ਉਹਨਾਂ ਤਾਲਾਂ ਦੇ ਵਿੱਚ ਵੀ ਮੁਖੜਾ ਹੋ ਸਕਦਾ ਹੈ, ਇਹ ਕੋਈ ਜ਼ਰੂਰੀ ਨਹੀਂ ਹੈ। ਇਸ ਵਾਸਤੇ ਮੁਖੜੇ ਦਾ ਅਰਥ ਹੋ ਗਿਆ ਮੁੱਖ ਅੰਗ। ਕਿ ਸਾਨੂੰ ਕੋਈ ਇਹ ਪੁੱਛੇ
कि यह बंदिश ताल की किनवी मात्रा तो चलती है। यह समझण वास्ते स्क्रीन वाल ध्यान दिओ। तुसीं पढ़ लिया होवेगा कि बंदिश किनवी मात्रा तो चलती है। तुसीं यह भी पढ़िया होवेगा कि यह कोई पक्का नियम नहीं कि कोई भी बंदिश ताल की इस मात्रा तो ही आरंभ होनी चाहिए है। यह कोई पक्का नियम नहीं है, क्योंकि हमेशा बंदिश जदों बनाई जाती है तो शब्द की तुग नूं आधार बना के उहदे अखरां नूं आधार बना के ही तैयार की जाती है। इसलिए कोई ये पूछे कि यह बंदिश किनवी मात्रा तो आरंभ होंदी है तो तुसीं की करना है कि शब्द का जिहड़ा पहला अखर है वो देखना कि किस मात्रा के हेठां लिखिया होया है। बस उस मात्रा तो वो बंदिश आरंभ होंदी है। उदाहरण के तौर पर तुसीं दोवें थाव रखे गुर सूरे बंदिश की है। हुण तुहानूं कोई ये पूछे कि यह बंदिश जां यह शब्द किनवी मात्रा तो चलता है तो तुसीं देखना है कि दद्दा यानी कि दोवें दा दद्दा किहड़ी मात्रा के हेठां लिखिया है। तुसीं देखना कि 9वीं मात्रा के हेठां लिखिया है। ताल की 9वीं मात्रा है अते उहदे हेठां गा है ते गा दे हेठां दो, दोवें दा दो लिखिया है। तुसीं कहना कि यह बंदिश 3 ताल की 9वीं मात्रा तो चलती है जां खाली तो चलती है, क्योंकि 3 ताल की 9वीं मात्रा खाली की मात्रा है। और इस दे नाल एक गल जरूरी समझ लेनी चाहिए है, ये कोई जरूरी नहीं कि कोई बंदिश किसी भी ताल की ताली जां खाली तो ही आरंभ होवे। एक कोई पक्का नियम नहीं है। एक नुकता चंगी तरह समझ लो कि कोई भी बंदिश किसी भी ताल की किसी भी मात्रा तो शुरू हो सकती है, क्योंकि हमेशा जो बंदिश बनाई जाती है तो शब्द नूं मुख रखिया जाता है, उसके अखरां नूं मुख रखिया जाता है, उसकी तुक की लंबाई जां उसका छोटापन उसनूं मुख रखिया जाता है। इसलिए तुसीं जदों भी ये देखना होवे कि यह बंदिश किनवी मात्रा तो शुरू होंदी है तो यह देखना कि बंदिश का यानी कि शब्द का पहला अखर जां बंदिश की आरंभता का पहला सुर किहड़ी मात्रा के हेठ लिखिया होया है। इस तो बाद असी ये नुकता समझना है कि कोई भी बंदिश वो किन्ने हिस्सियां विच हुंदी है। हरेक बंदिश सथाई अंतरा ये 2 हिस्सियां विच वंडी हुई हुंदी है। पहले हिस्से नूं सथाई अते दूसरे हिस्से नूं अंतरा कहा जाता है। सथाई का आम तौर पर अर्थ हुंदा है जो चीज स्थिर होवे, टिकी रवे। सथाई जिवें असी शब्द कीता है, दोवें थाव रखे गुरसूरे, हालत पालत पार ब्रह्म सवारे, कारज होए सगले पूरे। एक ही है, सथाई है। कई बार सथाई के 2 हिस्से होंदे हन, कई बार सथाई के 3 हिस्से भी होंदे हन। लेकिन ये जो शब्द है इसके 3 हिस्से हैं, क्योंकि पहली अद्धी तुक है अते दूसरी पूरी तुक है। दूसरी तुक के 2 हिस्से हैं, इसलिए सथाई 3 हिस्सों के विच बनाई गई है। जे शब्द दियां दोनों तुकां छोटियां होण ते फिर 2 हिस्सों में सथाई हो जाती है। जे दोनों तुकां वड्डियां होण फिर कई बार सथाई 4 हिस्सों के विच हुंदी है। इस तरह जिहड़ी सथाई है ये शब्द दियां तुकां दे आधारित हुंदी है। एक हिस्सा जिहड़ा वो ताल दियां मात्रां दे हिसाब नाल हुंदा है, यानी कि 3 ताल दियां जिवें 16 मात्रां दा एक हिस्सा हो गया, अगलियां 16 मात्रां दा दूसरा हिस्सा हो गया। सो हिस्से का मतलब ताल दियां मात्रां दे हिसाब नाल ही बनाया जाता है। गुरबाणी विच कई ऐसे शब्द हैं जिन्हां विच 2 रहाव जां 4 रहाव भी हुंदे हैं। उदाहरण के तौर पर सेवा थोरी मांगन बहुता, इस शब्द दे विच 2 रहाव हैं।
ਅਤੇ ਦੋਹਾਂ ਦੀਆਂ ਦੋ ਦੋ ਤੁਕਾਂ ਹਨ। ਜਦੋਂ ਕਦੇ ਕਿਸੇ ਸ਼ਬਦ ਵਿੱਚ ਦੋ ਰਹਾਉ ਆਉਣ ਤਾਂ ਪਹਿਲੇ ਰਹਾਉ ਨੂੰ ਸਥਾਈ ਬਣਾ ਲਿਆ ਜਾਂਦਾ ਹੈ। ਫਿਰ ਸਾਰਾ ਸ਼ਬਦ ਗਾਇਨ ਕਰਕੇ ਆਖਰੀ ਜੋ ਰਹਾਉ ਦੀਆਂ ਤੁਕਾਂ ਹੁੰਦੀਆਂ ਹਨ ਉਹਨਾਂ ਨੂੰ ਪਹਿਲੀ ਜੋ ਸਥਾਈ ਹੈ ਉਹਨਾਂ ਦੇ ਉੱਪਰ ਗਾ ਕੇ ਸ਼ਬਦ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ। ਤੇ ਜੇ ਸ਼ਬਦ ਦੇ ਵਿੱਚ ਚਾਰ ਰਹਾਉ ਹਨ, ਜਿਵੇਂ ਕਿ ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ, ਹਰੇਕ ਪਦ ਤੋਂ ਬਾਅਦ ਰਹਾਉ ਹੈ। ਐਸਾ ਸ਼ਬਦ ਜਦੋਂ ਗਾਇਨ ਕਰਨਾ ਹੈ ਤਾਂ ਹਰੇਕ ਅੰਤਰੇ ਤੋਂ ਬਾਅਦ ਜੋ ਸਥਾਈ ਦੀ ਤੁਕ ਹੈ ਉਹ ਫਿਰ ਬਦਲ ਜਾਂਦੀ ਹੈ, ਕਿਉਂਕਿ ਜੋ ਰਹਾਉ ਦੀ ਤੁਕ ਹੈ ਉਸ ਨੂੰ ਸਥਾਈ ਦੀਆਂ ਸੁਰਾਂ ਉੱਤੇ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਐਸੇ ਸ਼ਬਦਾਂ ਦੇ ਵਿੱਚ ਸੁਰ ਸਥਾਈ ਦੇ ਸਮਾਨ ਰਹਿੰਦੇ ਹਨ, ਲੇਕਿਨ ਤੁਕਾਂ ਬਦਲ ਜਾਂਦੀਆਂ ਹਨ। ਆਮ ਤੌਰ ਤੇ ਅੰਤਰੇ ਦੇ ਸੁਰ ਟਿਕੇ ਹੋਏ ਹੁੰਦੇ ਹਨ, ਪਰ ਤੁਕਾਂ ਬਦਲ ਜਾਂਦੀਆਂ ਹਨ। ਜਿਸ ਤਰ੍ਹਾਂ ਤੁਸੀਂ ਸ਼ਬਦ ਦੋਵੇਂ ਥਾਵ ਰੱਖੇ ਗੁਰਸੂਰੇ ਕੀਤਾ ਹੈ, ਉਸ ਦੇ ਅੰਤਰੇ ਦੇ ਸੁਰ ਤੇ ਇੱਕ ਹੀ ਨੇ, ਲੇਕਿਨ ਤੁਕਾਂ ਬਦਲ ਜਾਂਦੀਆਂ ਨੇ। ਲੇਕਿਨ ਜੋ ਅੰਤਰਾ ਹੁੰਦਾ ਹੈ ਉਹਦੇ ਸੁਰਾਂ ਵਿੱਚ ਵੀ ਥੋੜਾ ਬਹੁਤ ਅਸੀਂ ਹੇਰ ਫੇਰ ਕਰ ਸਕਦੇ ਹਾਂ, ਪਰ ਤਾਂ ਜੇ ਕੋਈ ਤੁਕ ਲੰਬੀ ਆ ਜਾਵੇ ਜਾਂ ਕੋਈ ਛੋਟੀ ਆ ਜਾਵੇ। ਕਈ ਵਾਰ ਕਈ ਸ਼ਬਦ ਐਸੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੁਝ ਤੁਕਾਂ ਛੋਟੀਆਂ ਅਤੇ ਕਈ ਤੁਕਾਂ ਲੰਬੀਆਂ ਹੁੰਦੀਆਂ ਨੇ। ਉਹਨਾਂ ਦੇ ਹਿਸਾਬ ਨਾਲ ਫਿਰ ਕਈ ਵਾਰ ਅੰਤਰੇ ਦੇ ਸੁਰਾਂ ਦੇ ਵਿੱਚ ਹੇਰ ਫੇਰ ਵੀ ਕਰ ਲਿਆ ਜਾਂਦਾ ਹੈ। ਸੋ ਵਿਦਿਆਰਥੀਓ, ਤੁਸੀਂ ਇਹ ਪੜ੍ਹ ਲਿਆ ਹੋਵੇਗਾ, ਲਿਖ ਲਿਆ ਹੋਵੇਗਾ ਅਤੇ ਇਸ ਲਿਹਾਜ਼ ਦੇ ਨਾਲ ਹੀ ਜੋ ਸ਼ਬਦ ਹੈ ਉਹ ਗਾਇਨ ਕਰਨਾ ਹੁੰਦਾ ਹੈ। ਸੋ ਇਹ ਸਾਡਾ 31ਵਾਂ ਐਪੀਸੋਡ ਇੱਥੇ ਹੀ ਸਮਾਪਤ ਹੈ। ਆਪ ਜੀ ਨੇ ਇਹ ਸਾਰੇ ਨੁਕਤਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ, ਪੜ੍ਹਨਾ ਹੈ, ਵਿਚਾਰਨਾ ਹੈ ਅਤੇ ਇਹਨਾਂ ਨੂੰ ਗਾਇਨ ਕਰਨ ਵੇਲੇ ਲਾਗੂ ਵੀ ਕਰਨਾ ਹੈ। ਸੋ ਸਾਰੇ ਵਿਦਿਆਰਥੀ ਇੱਥੇ ਹੀ ਫਤਿਹ ਬੁਲਾਓ, ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।